ਸੋ ਪਿਆਰੀ ਸਾਧ ਸੰਗਤ, ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਸੋ ਅੱਜ ਜੋ ਆਪਾਂ ਨੇ ਭਗਤ ਰਵਿਦਾਸ ਜੀ ਦੇ ਸ਼ਬਦਾਂ ਦੀ ਕਥਾ ਆਰੰਭ ਕੀਤੀ ਹੋਈ ਹੈ। ਸੋ ਅੱਜ ਦਾ ਜੋ ਸ਼ਬਦ ਹੈ ਭਗਤ ਰਵਿਦਾਸ ਜੀ ਦਾ ਰਾਗ ਬਸੰਤ ਵਿੱਚ ਹੈ। ਸਤਿਗੁਰੂ ਜੀ ਦੇ ਪਾਵਨ ਅੰਗ 1196 ਤੇ ਸਭਾਏਮਾਨ ਹੈ। ਉਚਾਰਨ ਕਰੋ ਇੱਕ ਵਾਰੀ, ਸਤਨਾਮ ਸ੍ਰੀ ਵਾਹਿਗੁਰੂ। ਬਸੰਤ ਬਾਣੀ ਰਵਿਦਾਸ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੁਝੈ ਸੁਜੰਤਾ ਕਛੂ ਨਾਹੇ, ਪਹਿਰਾਵਾ ਦੇਖੇ ਊਬ ਜਾਏ। ਗਰਭਵਤੀ ਕਾ ਨਾਹੀ ਠਾਓ, ਤੇਰੀ ਗਰਦਨ ਉੱਪਰ ਲਵੈ ਕਾਓ। ਤੂੰ ਕਾਏ ਗਰਬੈ ਬਾਵਲੀ, ਜੈਸੇ ਭਾਦੋ ਖੂਬ ਰਾਜ। ਤੂੰ ਤਿਸ ਤੇ ਖਰੀ ਉਤਾਵਲੀ ਰਹੋ। ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਢੈ ਪਰਦੇਸ। ਅਪ ਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਪੁੱਤਰ ਕਲੱਤਰ ਕਾ ਕਰੇ ਅਹੰਕਾਰ, ਠਾਕਰ ਲੇਖਾ ਮੰਗਣਹਾਰ। ਫੇੜੇ ਕਾ ਦੁਖ ਸਹਿ ਜੀਓ, ਪਾਛੇ ਕਿਸੈ ਪੁਕਾਰੈ ਪੀਓ ਪੀਓ। ਸਾਧੂ ਕੀ ਜੋ ਲੇ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਪਵਿੱਤਰ ਬਾਣੀ ਦੇ ਰਾਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਭਗਤ ਰਵਿਦਾਸ ਜੀ ਸਾਨੂੰ ਸਮਝਾਉਂਦੇ ਹਨ। ਰਾਗ ਬਸੰਤ ਹੈ। ਬਸੰਤ ਰਾਗ ਦੇ ਵਿੱਚ ਰਵਿਦਾਸ ਜੀ ਦਾ ਸ਼ਬਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਭੂ ਇੱਕ ਹੈ। ਜਿਤਨੇ ਵੀ ਭਗਤ ਹਨ, ਜਿਤਨੀ ਵੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਇਹੀ ਉਪਦੇਸ਼ ਦੇ ਰਹੀ ਹੈ ਕਿ ਰੱਬ ਇੱਕ ਹੈ। ਉਹਦਾ ਕੋਈ ਆਕਾਰ ਨਹੀਂ ਹੈ। ਉਹ ਸਰਵ ਵਿਆਪਕ ਹੈ, ਸਾਰਿਆਂ ਦੇ ਵਿੱਚ ਹੈ। ਸਾਡਾ ਸਾਰਿਆਂ ਦਾ ਸਿਰਜਣਹਾਰ ਹੈ, ਪੈਦਾ ਕਰਨ ਵਾਲਾ ਹੈ। ਉਹ ਇੱਕ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਾਪ ਹੁੰਦਾ। ਤੁਝੈ ਸੁਜੰਤਾ ਕਛੂ ਨਾਹੇ, ਪਹਿਰਾਵਾ ਦੇਖੇ ਊਬ ਜਾਏ। ਇਸ ਸਾਰੇ ਸ਼ਬਦ ਵਿੱਚ ਭਗਤ ਰਵਿਦਾਸ ਜੀ ਜੋ ਸਾਨੂੰ ਸਮਝਾਉਂਦੇ ਹਨ, ਕਹਿੰਦੀ ਐ ਮਨੁੱਖ, ਤੂੰ ਕਾਹਦਾ ਹੰਕਾਰ ਕਰਦਾ। ਜੋ ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਹੈ ਉਹ ਹੈ, ਤੂੰ ਕਾਏ ਗਰਬੈ ਬਾਵਲੀ। ਐ ਮੇਰੇ ਸਰੀਰ, ਐ ਮੇਰੀ ਕਾਇਆ, ਤੂੰ ਕਿਉਂ ਝੱਲੀ ਹੋਈ ਹੈ। ਤੂੰ ਕਾਹਦਾ ਹੰਕਾਰ ਕਰਦੀ ਹੈ। ਦੇਖੋ, ਮਨੁੱਖ ਨੂੰ ਆਪਣੇ ਸਰੀਰ ਉੱਤੇ ਵੀ ਬੜਾ ਹੰਕਾਰ ਹੁੰਦਾ, ਮਾਣ ਹੁੰਦਾ। ਆਪਣੇ ਸਰੀਰ ਦਾ ਹੰਕਾਰ ਕਰਨਾ। ਹੇ ਮੇਰੀ ਝੱਲੀ ਕਾਇਆ, ਤੂੰ ਕਾਹਦਾ ਹੰਕਾਰ ਕਰਦੀ ਹੈ। ਤੈਂ ਇਸ ਜਗਤ ਵਿੱਚ ਕਿੰਨਾ ਕੁ ਚਿਰ ਰਹਿਣਾ। ਤੇਰੀ ਕਿੰਨੀ ਕੁ ਪਾਇਆ ਹੈ, ਕਿੰਨੀ ਕੁ ਤੇਰੀ ਬੁਨਿਆਦ ਹੈ, ਕਿੰਨੀ ਕੁ ਬੁਨਿਆਦ ਹੈ ਸਰੀਰ ਦੀ। ਕਹਿੰਦੇ ਜੈਸੇ ਭਾਦੋ ਖੂਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਜਿਵੇਂ ਭਾਦੋਂ ਦੇ ਮਹੀਨੇ ਵਿੱਚ ਖੁੰਬਾਂ ਨਿਕਲਦੀਆਂ, ਉਹ ਖੁੰਬਾਂ ਦੀ ਬੁਨਿਆਦ ਕੁਝ ਵੀ ਨਹੀਂ ਹੁੰਦੀ। ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਬਰਬਾਦ ਹੋ ਜਾਂਦੀ।
ਤੂੰ ਤਾਂ ਭਾਦੋਂ ਦੀ ਉੱਗੀ ਹੋਈ ਖੁੰਭ ਤੋਂ ਵੀ ਪਹਿਲਾਂ ਜਾਣ ਨੂੰ ਤਿਆਰ ਹੈ। ਕੀ ਮਨਿਆਦ ਆ ਤੇਰੀ? ਕਿਉਂ ਇੰਨੀ ਆਕੜ ਕੇ, ਕਿਉਂ ਇੰਨੀ ਆਕੜਦੀ ਆਂ? ਕਿਉਂ ਇੰਨਾ ਹੰਕਾਰ ਕਰਦੀ ਆਂ? ਜੈਸੇ ਭਾਦੋਂ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਕੀ ਪਤਾ ਇੱਕ ਸਕਿੰਟ 'ਚ, ਜਿਵੇਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ ਕਿ ਹਮ ਆਦਮੀ ਹਾਂ ਇੱਕਦਮੀ, ਅਸੀਂ ਇੱਕਦਮ ਦੇ ਮਾਲਕ ਹਾਂ। ਜਿਹੜਾ ਅਸੀਂ ਸਾਹ ਅੰਦਰ ਖਿੱਚਿਆ, ਜੇ ਤਾਂ ਬਾਹਰ ਆ ਗਿਆ ਫਿਰ ਤਾਂ ਆਦਮੀ ਆ, ਜੇ ਨਾ ਆਇਆ ਤਾਂ ਇਹ ਸਰੀਰ ਮਿੱਟੀ ਬਣ ਜਾਂਦਾ, ਖਤਮ। ਇਹੀ ਗੱਲ ਭਗਤ ਰਵਿਦਾਸ ਜੀ ਸਮਝਾਉਂਦੇ ਹਨ। ਕਹਿੰਦੇ ਜੈਸੇ ਭਾਦੋਂ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਜਿਵੇਂ ਭਾਦੋਂ ਦੇ ਵਿੱਚ ਉੱਗੀ ਹੋਈ ਖੁੰਭ ਹੈ, ਖੁੰਭ ਦੀ ਕੋਈ ਬੁਨਿਆਦ ਨਹੀਂ ਹੁੰਦੀ, ਥੋੜ੍ਹੇ ਸਮੇਂ ਦੇ ਵਿੱਚ ਹੀ ਸੁੱਕ ਜਾਂਦੀ ਹੈ। ਤੂੰ ਤਾਂ ਉਹਦੇ ਨਾਲੋਂ ਵੀ ਪਹਿਲਾਂ ਨਾਸ ਹੋਣ ਨੂੰ ਤਿਆਰ ਹੈ, ਕੋਈ ਬੁਨਿਆਦ ਨਹੀਂ ਤੇਰੀ। ਇਸੇ ਗੱਲ ਨੂੰ ਭਗਤ ਰਵਿਦਾਸ ਜੀ ਸਾਰੇ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਹੰਕਾਰ ਨਹੀਂ ਕਰਨਾ ਚਾਹੀਦਾ। ਕਹਿੰਦੇ ਤੁਝੇ ਸੁਝੰਤਾ ਕਛੂ ਨਾ ਹੈ, ਤੈਨੂੰ ਕੁਝ ਸੁਰਤ ਨਹੀਂ ਹੈ, ਕੋਈ ਸਮਝ ਨਹੀਂ ਹੈ, ਕਾਹਦਾ ਮਾਣ ਕਰਦੀ ਹੈ ਤੂੰ। ਪਹਿਰਾਵਾ ਦੇਖੇ ਊਬ ਜਾਏ, ਤੂੰ ਆਪਣਾ ਪਹਿਰਾਵਾ ਦੇਖ ਕੇ ਕਿਉਂ ਹੰਕਾਰ ਕਰਦੀ ਹੈ। ਭਾਵ ਆਪਣੀ ਠਾਠ ਬਾਠ ਦੇਖ ਕੇ, ਆਪਣੀ ਅਮੀਰੀ ਦੇਖ ਕੇ, ਆਪਣੀ ਉੱਚੀ ਜਾਤ ਦੇਖ ਕੇ, ਆਪਣਾ ਧਨ ਪਦਾਰਥ ਦੇਖ ਕੇ, ਆਪਣਾ ਟੱਬਰ ਦੇਖ ਕੇ ਕਿਉਂ ਹੰਕਾਰ ਕਰਦੀ ਹੈ। ਪਹਿਰਾਵਾ ਦੇਖੇ ਊਬ ਜਾਏ, ਤੂੰ ਆਪਣੀ ਠਾਠ ਬਾਠ ਦੇਖ ਕੇ, ਆਪਣੀ ਅਮੀਰੀ ਦੇਖ ਕੇ, ਉੱਚੀ ਜਾਤ ਦੇਖ ਕੇ, ਮਾਇਆ ਦੇਖ ਕੇ ਕਿਉਂ ਹੰਕਾਰ ਕਰਦੀ ਹੈ। ਕਿੰਨਾ ਕੁ ਚਿਰ ਰਹਿਣਾ ਇਸ ਜਗਤ ਵਿੱਚ। ਪਹਿਰਾਵਾ ਦੇਖੇ ਊਬ ਜਾਏ, ਗਰਭਵਤੀ ਕਾ ਨਾਹੀ ਠਾਓ, ਐ ਮੇਰੀ ਕਾਇਆ ਜੋ ਹੰਕਾਰ ਕਰਦਾ ਨਾ, ਉਸ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ। ਗਰਭਵਤੀ ਕਾ, ਹੰਕਾਰਨ ਦਾ, ਜਿਹੜਾ ਹੰਕਾਰ ਜਾਂਦਾ ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਹੈ, ਕਿਤੇ ਵੀ ਢੋਈ ਨਹੀਂ ਮਿਲਦੀ ਹੈ। ਗਰਭਵਤੀ ਕਾ ਨਾਹੀ ਠਾਓ, ਤੇਰੀ ਗਰਦਨ ਉੱਪਰ ਲਵੈ ਕਾਓ। ਦੇਖ ਤੇਰੀ ਗਰਦਨ ਉੱਤੇ ਕਾਂ ਲਉ ਲਉ ਕਰਦਾ, ਭਾਵ ਮੌਤ ਤੇਰੇ ਸਿਰ ਉੱਤੇ ਹੈ, ਪਤਾ ਨਹੀਂ ਕਦੋਂ ਕੀ ਹੋ ਜਾਣਾ। ਕਾਹਦਾ ਹੰਕਾਰ ਕਰਦੀ ਹੈ ਤੂੰ। ਤੇਰੀ ਗਰਦਨ ਉੱਪਰ ਲਵੈ ਕਾਓ, ਤੇਰੀ ਗਰਦਨ ਉੱਤੇ, ਤੇਰੇ ਸਿਰ ਉੱਤੇ ਮੌਤ ਖੜੀ ਹੈ। ਤੂੰ ਕਾਏ ਗਰਬੈ ਬਾਵਲੀ ਹੈ ਝੱਲੀ ਕਾਇਆ, ਤੂੰ ਕਿਉਂ ਹੰਕਾਰ ਕਰਦੀ ਹੈ। ਜੈਸੇ ਭਾਦੋਂ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਭਾਦੋਂ ਦੀਆਂ ਖੁੰਬਾਂ ਤੋਂ ਵੀ ਪਹਿਲਾਂ ਜਾਣ ਨੂੰ ਤਿਆਰ ਹੈ ਤੂੰ। ਕੁਝ ਵੀ ਨਹੀਂ ਹੈ, ਕੀ ਹੈ। ਰਹਾਓ ਜੈਸੇ ਕੁਰੰਕ ਨਹੀਂ ਪਾਇਓ ਭੇਦ, ਇਹ ਕਾਇਆ ਤੇਰੇ ਅੰਦਰ ਬੜਾ ਕੀਮਤੀ ਖਜ਼ਾਨਾ ਹੈ, ਤੇਰੇ ਅੰਦਰ ਰੱਬ ਵਸਦਾ ਹੈ, ਸੁੱਖ ਦੇਣ ਵਾਲਾ। ਸਾਰੇ ਸੁੱਖ ਤਾਂ ਤੇਰੇ ਅੰਦਰ ਹਨ, ਪਰ ਉਹਨਾਂ ਸੁੱਖਾਂ ਦਾ ਤੈਨੂੰ ਭੇਦ ਨਹੀਂ ਹੈ। ਉਸ ਖਜ਼ਾਨੇ ਦਾ ਤੈਨੂੰ ਕੋਈ ਭੇਦ ਨਹੀਂ ਹੈ। ਜਿਵੇਂ ਹਰਨ ਨੂੰ
ਕੋਈ ਭੇਦ ਨਹੀਂ ਹੁੰਦਾ, ਸਮਝ ਨਹੀਂ ਹੁੰਦੀ। ਸੁਗੰਧੀ ਉਸ ਨੂੰ ਉਹਦੇ ਅੰਦਰੋਂ ਆਉਂਦੀ ਹੁੰਦੀ ਹੈ, ਉਹ ਸਮਝਦਾ ਸ਼ਾਇਦ ਬਾਹਰੋਂ ਆ ਰਹੀ ਹੈ। ਸੁੱਖ ਦੇਣ ਵਾਲਾ ਤੇਰੇ ਅੰਦਰ ਹੈ, ਕਿਸੇ ਨੇ ਤੈਨੂੰ ਸੁੱਖ ਨਹੀਂ ਦੇਣਾ ਹੈ, ਹੋਰ ਕਿਤੋਂ ਵੀ ਸੁੱਖ ਨਾ ਲੱਭੀ। ਮਨੁੱਖ ਸੁੱਖ ਬਾਹਰੋਂ ਲੱਭਦਾ ਹੈ, ਧਨ ਪਦਾਰਥ ਵਿੱਚੋਂ, ਪਰਿਵਾਰ ਵਿੱਚੋਂ, ਉੱਚੇ ਅਹੁਦਿਆਂ ਵਿੱਚੋਂ। ਕਹਿੰਦੇ ਸੁੱਖ ਬਾਹਰੋਂ ਨਹੀਂ ਮਿਲਣਾ, ਸੁੱਖ ਅੰਦਰੋਂ ਮਿਲਣਾ ਹੈ। ਅੰਦਰ ਨੂੰ ਮੁੜ, ਗੁਰੂ ਦੇ ਸ਼ਬਦ ਰਾਹੀਂ ਅੰਦਰ ਨੂੰ ਮੁੜ। ਤੈਨੂੰ ਭੇਦ ਨਹੀਂ ਹੈ, ਸੁੱਖ ਤਾਂ ਅੰਦਰ ਹੈ। ਜਿਵੇਂ ਹਿਰਨ ਨੂੰ ਸੁਗੰਧੀ ਆਉਂਦੀ ਹੈ, ਸੁਗੰਧੀ ਤਾਂ ਉਸ ਨੂੰ ਅੰਦਰੋਂ ਆਉਂਦੀ ਹੈ, ਉਹਦੇ ਅੰਦਰ ਹੈ ਕਸਤੂਰੀ ਹੈ। ਉਸ ਨੂੰ ਇੱਦਾਂ ਲੱਗਦਾ ਸ਼ਾਇਦ ਬਾਹਰੋਂ ਆ ਰਹੀ ਹੈ। ਉਹ ਭੱਜਦਾ ਹੈ, ਜਿਉਂ ਜਿਉਂ ਭੱਜਦਾ ਉਸ ਨੂੰ ਹੋਰ ਜ਼ਿਆਦਾ ਆਉਂਦੀ ਹੈ ਹਵਾ ਕਰਕੇ। ਉਹ ਹੋਰ ਭੱਜਦਾ, ਇੱਦਾਂ ਹੀ ਖੁਆਰ ਹੁੰਦਾ ਉਹ। ਇਸੇ ਤਰੀਕੇ ਨਾਲ ਮਨੁੱਖ ਖੁਆਰ ਹੁੰਦਾ। ਐ ਮੇਰੀ ਕਾਇਆ ਕਿਉਂ ਖੁਆਰ ਹੁੰਨੀ ਹੈ ਤੂੰ? ਅੰਦਰ ਨੂੰ ਮੁੜ, ਕਿਸੇ ਵੱਲ ਨਾ ਦੇਖ, ਕਿਸੇ ਨੇ ਤੈਨੂੰ ਸੁੱਖ ਨਹੀਂ ਦੇਣਾ ਹੈ। ਤਨ ਸੁਗੰਧ ਢੂੰਢੈ ਪਰਦੇਸ, ਤੇਰੇ ਤਨ ਦੇ ਵਿੱਚ ਹੀ ਸੁਗੰਧੀ ਹੈ, ਤੇਰੇ ਅੰਦਰ ਹੀ ਸੁਗੰਧੀ ਹੈ। ਕਿਉਂ ਪਰਦੇਸਾਂ ਵਿੱਚ ਸੁਗੰਧੀ ਨੂੰ ਢੂੰਡਦੀ ਫਿਰਦੀ ਹੈ? ਕਿਉਂ ਪਰਦੇਸਾਂ ਦੇ ਵਿੱਚ ਸੁੱਖ ਲੱਭਦੀ ਫਿਰਦੀ ਹੈ? ਕਿਉਂ ਬਾਹਰ ਨੂੰ ਭੱਜਦੀ ਹੈ ਤੂੰ? ਉਹ ਪ੍ਰਭੂ ਤੇਰੇ ਅੰਦਰ ਹੀ ਵਸਦਾ। ਸੁੱਖ ਬਾਹਰ ਨਹੀਂ ਮਿਲਣਾ ਹੈ, ਬਾਹਰੋਂ ਸੁੱਖ ਨਹੀਂ ਮਿਲਣਾ ਹੈ, ਸੁੱਖ ਅੰਦਰ ਹੀ ਹੈ। ਤਨ ਸੁਗੰਧ ਢੂੰਢੈ ਪਰਦੇਸ, ਅਪ ਤਨ ਕਾ ਜੋ ਕਰੇ ਵਿਚਾਰ। ਦੇਖੋ ਕਿੰਨੀਆਂ ਕੀਮਤੀ ਗੱਲਾਂ ਭਗਤ ਰਵਿਦਾਸ ਜੀ ਸਮਝਾਉਂਦੇ ਹਨ। ਮਨੁੱਖ ਹੋਰ ਵਿਚਾਰਾਂ ਵਿੱਚ ਡੁੱਬਿਆ ਰਹਿੰਦਾ, ਆਪਣੇ ਸਰੀਰ ਦੀ ਵਿਚਾਰ ਨਹੀਂ ਕਰਦਾ। ਆਪਣੇ ਸਰੀਰ ਦੇ ਨਾਲੇ ਗੱਲਾਂ ਕਰਨੀਆਂ ਚਾਹੀਦੀਆਂ। ਦੇਖੋ ਗੁਰੂ ਅਮਰਦਾਸ ਜੀ ਨੇ ਕੀਤੀਆਂ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਦੇਖੋ ਆਪਣੇ ਸਰੀਰ ਨਾਲ ਗੱਲਾਂ ਕਰਦੇ, ਆਪਣੇ ਸਰੀਰ ਨਾਲੇ ਗੱਲਾਂ ਕਰਨੀਆਂ ਚਾਹੀਦੀਆਂ, ਆਪਣੇ ਸਰੀਰ ਨਾਲੇ ਵਿਚਾਰ ਕਰਨੀ ਚਾਹੀਦੀ ਹੈ। ਆਪਣੇ ਸਰੀਰ ਉੱਤੇ ਹੀ ਇਤਰਾਜ਼ ਕਰਨਾ ਚਾਹੀਦਾ, ਕਿਸੇ ਉੱਤੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਕਿਸੇ ਦੇ ਵਿੱਚ ਨੁਕਸ ਕੱਢਣ ਨਾਲੋਂ ਬੰਦਾ ਆਪਣੇ ਵਿੱਚ ਨੁਕਸ ਕੱਢੇ, ਆਪਣੇ ਸਰੀਰ ਵਿੱਚ। ਦੇਖੋ ਆਪਣੇ ਸਰੀਰ ਨੂੰ ਕਹਿ ਰਹੇ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ। ਤੇ ਜੱਗ ਦੇ ਵਿੱਚ ਆ ਕੇ ਕੀ ਖੱਟਿਆ? ਜਿਨ ਹਰ ਤੇਰਾ ਰਚਨ ਰਚਿਆ, ਜਿਸ ਪ੍ਰਭੂ ਨੇ ਤੇਰੀ ਇਹ ਸੁੰਦਰ ਰਚਨਾ ਕੀਤੀ ਹੈ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਉਸ ਪ੍ਰਭੂ ਨੂੰ ਤੂੰ ਆਪਣੇ ਮਨ ਵਿੱਚ ਵਸਾਉਂਦਾ ਹੀ ਨਹੀਂ ਹੈ। ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪ੍ਰਭੂ ਹਿਰਦੇ ਵਿੱਚ ਵਸ ਸਕਦਾ ਹੈ। ਤੂੰ ਗੁਰੂ ਦੀ ਓਟੇ ਨਹੀਂ ਲੈਂਦਾ। ਗੁਰੂ ਦੇ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਤੂੰ ਆਪਣੇ ਤਨ ਦੀ ਉਹ ਵਿਚਾਰ ਕਰ। ਦੇਖੋ ਇਹ ਸਾਨੂੰ ਉਪਦੇਸ਼ ਦਿੰਦੇ। ਮਨੁੱਖ ਆਪਣੇ ਤਨ ਦਾ, ਆਪਣੇ ਸਰੀਰ ਦੀ ਵਿਚਾਰ ਨਹੀਂ ਕਰਦਾ। ਇਹ ਹੈ ਕੀ? ਕੁਝ ਵੀ ਨਹੀਂ ਹੈ। ਕਹਿੰਦੇ ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਭੂ ਨੂੰ ਹਿਰਦੇ ਵਿੱਚ ਵਸਾ ਲਾ, ਸੁਖੀ ਹੋ ਜਾਏਗਾ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਤੇਰਾ ਸਰੀਰ ਪ੍ਰਵਾਨ ਹੋ ਜਾਏਗਾ। ਦੇਖੋ ਸਰੀਰ ਆਪਾਂ ਨੂੰ ਸਾਰਿਆਂ ਨੂੰ ਮਿਲੇ, ਸਾਰਿਆਂ ਕੋਲ ਸਰੀਰ ਹੈ, ਪਰ ਭਾਗਾਂ ਵਾਲਾ ਉਹੀ ਸਰੀਰ ਹੈ ਜਿਹੜਾ ਪ੍ਰਵਾਨ ਹੋ ਜਾਵੇ। ਜੇ ਇਹ ਸਰੀਰ ਪ੍ਰਵਾਨ ਨਹੀਂ ਹੋਇਆ,
ਤਾਂ ਅੱਜ ਤਾਂ ਸਾਡੇ ਕੋਲ ਸਰੀਰ ਵਧੀਆ, ਫਿਰ ਇਸੇ ਸਰੀਰ ਨੇ ਬਦਲ ਜਾਣਾ, ਫਿਰ ਹੋਰ ਸਰੀਰ ਮਿਲ ਜਾਣਾ। ਜੇ ਇਹ ਪ੍ਰਵਾਨ ਹੋ ਗਿਆ ਸਰੀਰ, ਫਿਰ ਇਹ ਆਤਮਾ ਨੇ ਸਰੀਰਾਂ ਤੋਂ ਮੁਕਤ ਹੋ ਜਾਣਾ, ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋ ਜਾਣਾ, ਸਰੀਰਾਂ ਤੋਂ ਖਹਿੜਾ ਛੁੱਟ ਜਾਣਾ। ਫਿਰ ਇਸ ਨੂੰ ਕਹਿੰਦੇ ਮੁਕਤੀ। ਪ੍ਰਭੂ ਦੇ ਘਰ ਵਿੱਚ ਪਹੁੰਚ ਜਾਂਦੀ ਆਤਮਾ। ਇਹ ਸਰੀਰ ਤਾਂ ਸਾਨੂੰ ਮਿਲ ਗਿਆ, ਪਰ ਇਹ ਪ੍ਰਵਾਨ ਕਰਾਉਣਾ ਕਿਵੇਂ ਪ੍ਰਵਾਨ ਹੋਊਗਾ? ਜਦੋਂ ਹਿਰਦੇ ਵਿੱਚ ਵਸੇਗਾ ਪ੍ਰਭੂ। ਹਿਰਦੇ ਵਿੱਚ ਤਾਂ ਵਸੇਗਾ, ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਕਿਰਪਾ ਦੇ ਨਾਲ। ਗੁਰੂ ਦੀ ਆਪਾਂ ਸੁਣਦੇ ਕੋਈ ਨਹੀਂ। ਜਿਉਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਾਂਗੇ, ਗੁਰੂ ਦੀ ਬਾਣੀ ਨਾਲ ਜੁੜਾਂਗੇ, ਉਹ ਪ੍ਰਭੂ ਦੀ ਯਾਦ ਹਿਰਦੇ ਵਿੱਚ ਪੱਕੀ ਹੁੰਦੀ ਚਲੇ ਜਾਂਦੀ ਹੈ। ਜਦੋਂ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕੀ ਹੋ ਗਈ, ਫਿਰ ਇਹ ਸਰੀਰ ਪ੍ਰਵਾਨ ਹੋ ਜਾਂਦਾ। ਇੱਥੇ ਰਵਿਦਾਸ ਜੀ ਕਹਿੰਦੇ ਹਨ, ਤੂੰ ਆਪਣੇ ਸਰੀਰ ਦੀ ਵਿਚਾਰੇ ਨਹੀਂ ਕਰਦਾ। ਅਪ ਤਨ ਕਾ ਜੋ ਕਰੇ ਵਿਚਾਰ, ਆਪਣੇ ਸਰੀਰ ਦੀ ਜੋ ਵਿਚਾਰ ਕਰਦਾ। ਕੀ ਵਿਚਾਰ ਕਰਦਾ? ਕਿ ਮੈਂ ਕੀ ਖੱਟਿਆ ਜੱਗ ਵਿੱਚ ਆ ਕੇ। ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢੇਪਾ ਆ ਗਿਆ। ਹੁਣ ਬੁਢੇਪੇ ਦੇ ਵਿੱਚ ਵੀ ਤੂੰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ, ਪਰਿਵਾਰ ਦੇ ਮੋਹ ਵਿੱਚ ਫਸਿਆ ਹੋਇਆ, ਸਰੀਰ ਦੇ ਮੋਹ, ਸਰੀਰ ਨਾਲ ਪਿਆਰ ਕਰੀ ਜਾਂਦਾ, ਗੁਰੂ ਨਾਲ ਜੁੜਦਾ ਹੀ ਨਹੀਂ ਹੈ ਤੂੰ। ਅਖੀਰ ਨੂੰ ਤੇਰੇ ਕਿਸੇ ਨੇ ਵੀ ਕੰਮ ਨਹੀਂ ਆਉਣਾ ਹੈ। ਆਪਣੇ ਸਰੀਰ ਦੀ ਵਿਚਾਰ ਕਰ। ਕਹਿੰਦੇ ਅਪ ਤਨ ਕਾ ਜੋ ਕਰੇ ਵਿਚਾਰ, ਜੋ ਆਪਣੇ ਤਨ ਦੀ ਵਿਚਾਰ ਕਰਦਾ ਹੈ, ਤਿਸ ਨਹੀਂ ਜਮ ਕੰਕਰ ਕਰੇ ਖੁਆਰ, ਉਸ ਨੂੰ ਜਮਦੂਤ ਵੀ ਖੁਆਰ ਨਹੀਂ ਕਰ ਸਕੇਗਾ। ਅਖੀਰ ਨੂੰ ਜਮ ਖੁਆਰ ਨਹੀਂ ਕਰਨਗੇ ਉਸ ਨੂੰ। ਤਿਸ ਨਹੀਂ ਜਮ ਕੰਕਰ ਕਰੇ ਖੁਆਰ, ਪੁੱਤਰ ਕਲੱਤਰ ਕਾ ਕਰੇ ਹੰਕਾਰ। ਜੋ ਮਨੁੱਖ ਗੁਰੂ ਉੱਤੇ ਤਾਂ ਮਾਣ ਨਹੀਂ ਕਰਦਾ, ਰੱਬ ਉੱਤੇ ਮਾਣ ਨਹੀਂ ਕਰਦਾ, ਪ੍ਰਭੂ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ, ਆਪਣੇ ਸਰੀਰ ਉੱਤੇ ਮਾਣ ਕਰਦਾ, ਆਪਣੇ ਪੁੱਤਰਾਂ ਉੱਤੇ ਮਾਣ ਕਰਦਾ, ਆਪਣੀ ਘਰਵਾਲੀ ਉੱਤੇ ਮਾਣ ਕਰਦਾ। ਪੁੱਤਰ ਕਲੱਤਰ ਕਾ ਕਰੇ ਹੰਕਾਰ, ਆਪਣੇ ਟੱਬਰ ਉੱਤੇ ਹੰਕਾਰ ਕਰਦਾ ਬੰਦਾ, ਘਰਵਾਲੀ ਉੱਤੇ ਹੰਕਾਰ ਕਰਦਾ, ਪੁੱਤਰਾਂ ਉੱਤੇ ਮਾਣ ਕਰਦਾ। ਕਹਿੰਦੇ ਐਸੇ ਮਨੁੱਖ ਨੂੰ ਫਿਰ ਠਾਕਰ ਰੱਬ ਅਖੀਰ ਨੂੰ ਲੇਖਾ ਮੰਗੇਗਾ, ਹਿਸਾਬ ਕਿਤਾਬ ਕਰੇਗਾ। ਠਾਕਰ ਲੇਖਾ ਮੰਗਣਹਾਰ, ਠਾਕਰ ਪ੍ਰਭੂ ਉਸ ਦੇ ਕੋਲੋਂ ਉਹਦੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਮੰਗੇਗਾ। ਜਿਹੜਾ ਗੁਰੂ ਉੱਤੇ ਤਾਂ ਮਾਣ ਨਹੀਂ ਕਰਦਾ, ਰੱਬ ਉੱਤੇ ਮਾਣ ਨਹੀਂ ਕਰਦਾ, ਕਹਿੰਦੇ ਪੁੱਤਰ ਕਲੱਤਰ ਕਾ ਕਰੇ ਅਹੰਕਾਰ, ਠਾਕਰ ਲੇਖਾ ਮੰਗਣਹਾਰ। ਫੇੜੇ ਕਾ ਦੁੱਖ ਸਹਿ ਜੀਓ, ਫੇੜੇ ਕਾ ਮੰਦੇ ਕਰਮ, ਕੀਤੇ ਮੰਦੇ ਕਰਮਾਂ ਦਾ ਦੁੱਖ ਤੈਨੂੰ ਇਹ ਸਹਿਣਾ ਪੈਣਾ। ਅਖੀਰ ਨੂੰ ਮਨੁੱਖ ਹੰਕਾਰ ਵਿੱਚ ਫਸਿਆ ਹੋਇਆ ਮੰਦੇ ਕਰਮ ਕਰੀ ਜਾਂਦਾ, ਮੰਦੇ ਕੰਮਾਂ ਦੇ ਵਿੱਚ ਫਸਿਆ ਰਹਿੰਦਾ। ਕਹਿੰਦੇ ਇਹ ਕੀਤੇ ਮੰਦੇ ਕਰਮਾਂ ਦਾ ਜਦੋਂ ਹਿਸਾਬ ਕਿਤਾਬ ਮੰਗਿਆ ਜਾਣਾ, ਫਿਰ ਦੁਖੀ ਹੋਏਗਾ। ਦੁੱਖ ਤੈਨੂੰ ਸਹਿਣਾ ਪੈਣਾ ਇਕੱਲੇ ਨੂੰ, ਕਿਸੇ ਨੇ ਤੇਰੇ ਕੰਮ ਨਹੀਂ ਆਉਣਾ। ਅਖੀਰ ਨੂੰ ਇਹ ਸਮਝ ਲੈ ਤੂੰ। ਫੇੜੇ ਕਾ ਦੁੱਖ ਸਹਿ ਜੀਓ, ਕੀਤੇ ਮੰਦੇ ਕਰਮਾਂ ਦਾ ਦੁੱਖ ਤੈਨੂੰ ਸਹਿਣਾ ਪੈਣਾ। ਫਿਰ ਪਾਛੈ ਕਿਸੇ ਪੁਕਾਰੇ ਪੀਓ ਪੀਓ, ਜਦੋਂ ਇਹ ਸਰੀਰੇ ਨਾ ਰਿਹਾ ਤੇਰੇ ਕੋਲ, ਫਿਰ ਕਿਹਨੂੰ ਪਿਆਰਾ ਪਿਆਰਾ ਕਹਿ ਕੇ ਆਵਾਜ਼ਾਂ ਮਾਰੇਂਗੀ? ਐ ਮੇਰੀ ਕਾਇਆ, ਐ ਮੇਰੇ ਸਰੀਰ। ਫਿਰ ਕੀ ਕਰੇਗਾ? ਐ ਮੇਰੀ ਜਿੰਦੇ। ਜਦੋਂ ਇਸ ਸਰੀਰ ਵਿੱਚੋਂ ਜਿੰਦ ਨੇ ਨਿਕਲ ਜਾਣਾ, ਕਿਉਂਕਿ ਸਰੀਰ ਦੇ ਰਾਹੀਂ ਹੀ ਅਸੀਂ ਉਸ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਸਕਦੇ ਹਾਂ, ਉਹਨੂੰ ਯਾਦ ਕਰ ਸਕਦੇ ਹਾਂ। ਜਦੋਂ ਸਰੀਰ ਨਾ ਰਿਹਾ, ਫਿਰ ਇਹ ਜਿਹੜੀ ਆਤਮਾ, ਇਹ ਜਿੰਦ ਆ ਜਿਹੜੀ, ਇਹ ਕਿਸ ਨੂੰ
ਪੀਓ ਪੀਓ, ਹੇ ਪਿਆਰੇ, ਕਿਸ ਨੂੰ ਕਹੇਗੀ, ਕਿਵੇਂ ਕਹੇਗੀ? ਆਹ ਸਰੀਰ ਦੇ ਰਾਹੀਂ ਅਸੀਂ ਉਸ ਨੂੰ ਯਾਦ ਕਰ ਸਕਦੇ ਹਾਂ। ਇੱਕੋ ਇੱਕ ਇਹ ਸਰੀਰ ਹੈ ਜਿਹੜਾ ਮਨੁੱਖ ਦਾ ਸਰੀਰ ਹੈ, ਜਿਸ ਰਾਹੀਂ ਇਹ ਰੱਬ ਨੂੰ ਯਾਦ ਕਰ ਸਕਦਾ। ਦੇਖੋ ਹੋਰ ਸਰੀਰਾਂ ਵਿੱਚ ਤਾਂ ਕੋਈ ਸੋਝੀ ਉਹ ਨਹੀਂ ਹੈ। ਜਿਹੜੇ ਹੋਰ ਸਰੀਰ ਆ, ਜਾਨਵਰ, ਪੰਛੀ, ਇਹਨਾਂ ਨੂੰ ਇੰਨੀ ਅਕਲ ਨਹੀਂ ਦਿੱਤੀ। ਪਸ਼ੂਆਂ ਨੂੰ ਨਹੀਂ ਪਤਾ, ਇਹਨਾਂ ਨੂੰ ਦੁੱਖਾਂ ਸੁੱਖਾਂ ਦਾ ਕੋਈ ਪਤਾ ਨਹੀਂ। ਤੂੰ ਤਾਂ ਚੰਗੀ ਮਾੜੀ ਨੂੰ ਵਿਚਾਰ ਸਕਦਾ। ਇਸ ਕਰਕੇ ਕਹਿੰਦੇ ਐ ਮੇਰੀ ਜਿੰਦੇ, ਫਿਰ ਤੂੰ ਇਹ ਸਮਾਂ ਗਵਾ ਕੇ, ਅਜਾਈਂ ਗਵਾ ਕੇ, ਕਿਸ ਨੂੰ ਫਿਰ ਕਿਵੇਂ ਯਾਦ ਕਰੇਂਗੀ ਰੱਬ ਨੂੰ? ਹੁਣ ਆਖਰੀ ਪੰਕਤੀਆਂ ਦੇ ਵਿੱਚ ਰਵਿਦਾਸ ਜੀ ਸਮਝਾਉਂਦੇ ਹਨ, ਸਾਧੂ ਕੀ ਜੋ ਲੇ ਓਟ, ਜਿਹੜਾ ਸਾਧੂ ਦੀ ਓਟ ਲੈਂਦਾ, ਗੁਰੂ ਦੀ ਓਟ ਲੈਂਦਾ, ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦਾ। ਮਨੁੱਖਾ ਜਨਮ ਪ੍ਰਾਪਤ ਕਰਕੇ ਜਿਸ ਮਨੁੱਖ ਨੇ ਗੁਰੂ ਦੀ ਓਟ ਨਹੀਂ ਨਾ ਲਈ, ਗੁਰੂ ਦੀ ਸ਼ਰਨ ਨਹੀਂ ਲਈ, ਉਹਦਾ ਮਨੁੱਖਾ ਜਨਮ ਅਜਾਈਂ ਜਾ ਰਿਹਾ। ਉਹ ਪਿਆ ਹੰਕਾਰ ਕਰੀ ਜਾਵੇ, ਮਾਇਆ ਦਾ ਹੰਕਾਰ ਕਰੀ ਜਾਵੇ, ਧਨ ਦੌਲਤ ਦਾ ਹੰਕਾਰ ਕਰੀ ਜਾਵੇ, ਬਾਹਰਲੀ ਠਾਠ ਬਾਠ ਦਾ ਪਿਆ ਹੰਕਾਰ ਕਰੀ ਜਾਵੇ। ਇਹ ਹੰਕਾਰ ਰਹਿਣਾ ਨਹੀਂ ਹੈ, ਅਖੀਰ ਨੂੰ ਇਹ ਟੁੱਟ ਜਾਣਾ। ਚੰਗਾ ਜੇ ਹੁਣੇ ਟੁੱਟ ਜਾਵੇ, ਬੁਢੇਪੇ ਤੋਂ ਪਹਿਲਾਂ ਉਹ ਮਨੁੱਖ ਭਾਗਾਂ ਵਾਲੇ ਆ। ਜੇ ਪਹਿਲਾਂ ਹੀ ਟੁੱਟ ਜਾਵੇ, ਅਖੀਰ ਨੂੰ ਇਹ ਟੁੱਟਣਾ ਹੀ ਟੁੱਟਣਾ, ਫਿਰ ਬਣਨਾ ਕੁਝ ਨਹੀਂ ਹੈ। ਜੇ ਅਖੀਰ ਨੂੰ ਟੁੱਟਿਆ, ਮਰਨ ਲੱਗੇ ਹੀ ਟੁੱਟਿਆ, ਫਿਰ ਕੀ ਫਾਇਦਾ? ਇਸ ਕਰਕੇ ਫਿਰ ਤਾਂ ਪਛਤਾਵਾ, ਫਿਰ ਕੁਝ ਨਹੀਂ ਹੁੰਦਾ। ਇਸ ਕਰਕੇ ਜੋ ਮਨੁੱਖ ਸਾਧੂ ਦੀ ਓਟ ਲੈਂਦਾ, ਗੁਰੂ ਦੀ ਓਟ ਲੈਂਦਾ, ਸਾਧੂ ਕੀ ਜੋ ਲੇ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ, ਤੇਰੇ ਸਾਰੇ ਕਰੋੜਾਂ ਜਨਮਾਂ ਦੇ ਕਰੋੜਾਂ ਹੀ ਪਾਪ ਮਿਟ ਜਾਣਗੇ। ਜਿਹੜਾ ਗੁਰੂ ਦੀ ਓਟ ਲੈਂਦਾ, ਉਹਦੇ ਕਰੋੜਾਂ ਹੀ ਪਾਪ ਮਿਟ ਜਾਂਦੇ ਹਨ, ਕਰੋੜਾਂ ਹੀ ਜਨਮਾਂ ਦੇ। ਕਹੇ ਰਵਿਦਾਸ ਜੋ ਜਪੈ ਨਾਮ, ਰਵਿਦਾਸ ਜੀ ਕਹਿੰਦੇ ਹਨ, ਜੋ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਪ੍ਰਭੂ ਦਾ ਨਾਮ ਜਪਦਾ ਨਾ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਕਹੇ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਦੇਖੋ ਭਗਤ ਰਵਿਦਾਸ ਜੀ ਕਹਿੰਦੇ ਹਨ, ਜਿਹੜਾ ਉਸ ਪ੍ਰਭੂ ਦਾ ਨਾਮ ਲੈਂਦਾ, ਕਹਿੰਦੇ ਉਹਦੀ ਉੱਚੀ ਨੀਵੀਂ ਜਾਤ ਸਭ ਮਿਟ ਜਾਂਦੀ ਹੈ। ਉਹਦਾ ਜਨਮ ਮਰਨ ਕੱਟਿਆ ਜਾਂਦਾ, ਉਹ ਮੁੜ ਮੁੜ ਕੇ ਜਨਮਾਂ 'ਚ ਨਹੀਂ ਪੈਂਦਾ, ਜੂਨੀਆਂ 'ਚ ਨਹੀਂ ਪੈਂਦਾ। ਉਹ ਉੱਚੀ ਨੀਵੀਂ ਜਾਤ ਵਿੱਚ ਮੁੜ ਕੇ ਨਹੀਂ ਜੰਮਦਾ, ਫਿਰ ਉਹ ਜੰਮਦਾ ਹੀ ਨਹੀਂ ਹੈ, ਉਹ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ। ਕਹਿੰਦੇ ਕਹੇ ਰਵਿਦਾਸ ਜੋ ਜਪੈ ਨਾਮ, ਇਹ ਸਮਝਾਉਂਦੇ ਹਨ। ਇਹ ਰਵਿਦਾਸ ਜੋ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ, ਨਾਮ ਜਪਦਾ ਹੈ, ਉਹ ਜਾਤਾਂ ਪਾਤਾਂ ਤੋਂ ਉੱਚਾ ਉੱਠ ਖੜ੍ਹਦਾ ਹੈ। ਮੁੜ ਕੇ ਉੱਚੀਆਂ ਨੀਵੀਆਂ ਜਾਤਾਂ ਵਿੱਚ ਨਹੀਂ ਉਹ ਜਨਮ ਲੈਂਦਾ, ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ, ਜੂਨੀਆਂ 'ਚ ਨਹੀਂ ਪੈਂਦਾ। ਤਿਸ ਜਾਤ ਨਾ ਜਨਮ ਨਾ ਜੋਨ ਕਾਮ, ਉਹਦਾ ਜੰਮਣ ਮਰਨ ਦੇ ਗੇੜ ਵਿੱਚੋਂ ਉਹ ਨਿਕਲ ਜਾਂਦਾ। ਸੋ ਇਹ ਵਿਚਾਰ ਸੀ ਧੰਨ ਧੰਨ ਭਗਤ ਜੀ, ਭਗਤ ਰਵਿਦਾਸ ਜੀ ਦੀ ਪਵਿੱਤਰ ਸ਼ਬਦ ਦੀ।